ਵਿਨਿੰਗ ਪੰਜਾਬ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਅੱਜ ਮੈਂ ਆਪਣੇ ਦਰਸ਼ਕਾਂ ਦੇ ਇਕੱਲਾ ਹੀ ਰੂਬਰੂ ਹੋਵਾਂਗਾ। ਅੱਜ ਮੇਰੇ ਸਹਿਯੋਗੀ ਸਰਦਾਰ ਲਖਵਿੰਦਰ ਸਿੰਘ ਮਾਨ ਹੁਣੀ ਕਿਸੇ ਨਿੱਜੀ ਰਜੀਵੇਂ ਕਾਰਨ ਸਾਡੇ ਨਾਲ ਨਹੀਂ ਜੁੜਨਗੇ, ਪਰ ਫਿਰ ਵੀ ਆਪਾਂ ਆਪਣੇ ਦਰਸ਼ਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੋਇਆ ਮੈਂ ਯਤਨ ਕਰਾਂਗਾ ਕਿ ਜਿਹੜੀਆਂ ਅੱਜ ਦੀਆਂ ਕੁਝ ਦਿਨ ਦੀਆਂ ਮਹੱਤਵਪੂਰਨ ਘਟਨਾਵਾਂ, ਚਾਹੇ ਉਹ ਰਾਜਨੀਤਿਕ, ਚਾਹੇ ਉਹ ਸਮਾਜਿਕ, ਚਾਹੇ ਉਹ ਆਰਥਿਕ ਸੰਦਰਭ ਵਿੱਚ ਵਾਪਰੀਆਂ ਨੇ, ਉਹਨਾਂ ਦਾ ਇੱਕ ਜ਼ਿਕਰ ਜਿਹੜਾ ਅਸੀਂ ਆਪਣੇ ਦਰਸ਼ਕਾਂ ਦਾ ਪੰਛੀ ਚਾਰ ਦੇ ਰੂਪ ਵਿੱਚ ਜ਼ਰੂਰ ਕਰੀਏ। ਅਸੀਂ ਅੱਜ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਵੱਲੋਂ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਕੀਤੇ ਗਏ ਜਿਹੜੇ 2 ਟਵੀਟ ਨੇ ਉਹਨਾਂ ਦੇ ਸੰਬੰਧ ਵਿੱਚ ਗੱਲ ਕਰਾਂਗੇ ਅਸੀਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਪਟਿਆਲਾ ਸ਼ਹਿਰ ਦੇ ਸੰਦਰਭ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ। ਗੱਲ ਕਰਾਂਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੁਣਾਂ ਵੱਲੋਂ ਜਿਹੜਾ ਬੀਤੇ ਦਿਨ ਉਹਨਾਂ ਨੇ ਪੰਜਾਬ ਦੀਆਂ 2 ਸ਼ਖਸੀਅਤਾਂ ਨੂੰ ਇੱਕ ਤਾਂ ਕੈਬਨਿਟ ਮੰਤਰੀ ਦਾ ਅਹੁਦੇ ਜਿਹੜੇ ਉਹ ਦਿੱਤੇ ਨੇ, ਤੇ ਇਸ ਤਰ੍ਹਾਂ ਚੱਲਦਾ ਕਿ ਜਿਵੇਂ ਉਹ ਬਾਦਲ ਸਰਕਾਰ ਦੇ ਕਦਮਾਂ ਤੇ ਚੱਲਦੇ ਹੋਇਆ ਹੀ ਉਹਨਾਂ ਮਾਪਦੰਡਾਂ ਨੂੰ ਅਪਣਾ ਰਹੇ ਨੇ। ਖੈਰ, ਗੱਲ ਅਸੀਂ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਅਗਰ ਸ਼ੁਰੂ ਕਰੀਏ ਤਾਂ ਪਰ ਨਾਲ ਹੀ ਨਾਲ ਇੱਕ ਅਸੀਂ ਵਿਨਿੰਗ ਪੰਜਾਬ ਚੈਨਲ ਵੱਲੋਂ ਪੰਜਾਬ ਦੀ ਕੋਇਲ ਗੁਰਬੀਤ ਪਾਵਾ ਨੂੰ ਇੱਕ ਸ਼ਰਧਾਂਜਲੀ ਭੇਂਟ ਕਰਦੇ ਹਾਂ, ਜਿਹੜੇ ਬੀਤੇ 70 ਸਾਲ ਦਾ ਆਪਣੇ ਜੀਵਨ ਦਾ ਸਫ਼ਰ ਪੂਰਾ ਕਰਦੇ ਹੋਏ ਅੱਜ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਪ੍ਰਜੇ ਨੇ ਆਪਣੀ ਉਮਰ ਨੂੰ ਭੋਗ ਕੇ ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਨੇ। ਗੁਰਮੀਤ ਬਾਵਾ ਦਾ ਨਾਮ ਜਿਹੜਾ ਪੰਜਾਬੀ ਦੀਆਂ ਉਹਨਾਂ ਗਾਇਕਾਂ ਦੇ ਵਿੱਚੋਂ ਆਉਂਦਾ ਸੀ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ ਤੇ ਪੰਜਾਬੀ ਸਮਾਜ ਦੀ ਆਪਣੇ ਗੀਤਾਂ ਰਾਹੀਂ ਜਿਹੜੀ ਸੇਵਾ ਕੀਤੀ ਹੈ, ਔਰ ਜਿਹੇ ਮਿਆਰੀ ਗੀਤ ਗਾਏ ਨੇ ਜਿਸ ਤਰ੍ਹਾਂ ਉਹ ਲਹਿੰਦੇ ਸਮੇਂ ਤੱਕ ਜਿਹੜੇ ਉਹ ਯਾਦ ਰੱਖੇ ਜਾਣਗੇ। ਗੁਰਮੀਤ ਬਾਵਾ ਦੇ ਜਾਣ ਦੇ ਨਾਲ ਇੱਕ ਯੁੱਗ ਦਾ ਅੰਤ ਜਿਹੜਾ ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਕਦੇ ਸੁਰਿੰਦਰ ਕੌਰ ਹੋਣਾ ਦੇ ਜਾਣ ਦੇ ਨਾਲ ਇੱਕ ਯੁੱਗ ਦਾ ਜਿਹੜਾ ਅੰਤ ਹੋਇਆ ਸੀ। ਅੱਜ ਗੁਰਮੀਤ ਬਾਵਾ ਦੇ ਜਾਣ ਨਾਲ ਪੰਜਾਬੀ ਦੀ ਉਹ ਗਾਇਕਾ ਜਿਸ ਨੇ ਆਪਣੀ ਅਮੀਰ ਵਿਰਸੇ ਨੂੰ, ਜਿਹੜਾ ਪੰਜਾਬੀ ਸੱਭਿਆਚਾਰ ਤੇ ਅਮੀਰ ਵਿਰਸੇ ਨੂੰ ਗਾਇਕੀ ਰਾਹੀਂ ਸਾਂਭਿਆ ਸੀ, ਔਰ ਪੰਜਾਬੀ ਸੱਭਿਆਚਾਰ ਨੂੰ ਬਹੁਤ ਕੁਝ ਦਿੱਤਾ, ਜਿਹਦੇ ਉੱਤੇ ਪੰਜਾਬੀ ਸੱਭਿਆਚਾਰ ਮਾਣ ਕਰਦਾ, ਇਹ ਸ਼ਾਇਦ ਆਪਣੇ ਦੌਰ ਦੇ ਹੁਣ ਅਖੀਰਲੀ ਗਾਇਕਾ ਹੀ ਸੀ ਜਿਹੜੇ ਸਾਡੇ ਵਿਚਕਾਰ ਆਪਣੇ ਯੁੱਗ ਦੀ ਇੱਕ ਨੁਮਾਇੰਦਗੀ ਕਰਦੇ ਸਨ। ਅੱਜ ਇੱਕ ਯੁੱਗ ਦਾ ਪੰਜਾਬੀ ਗਾਇਕੀ ਦੇ ਇੱਕ ਯੁੱਗ ਦਾ ਜਿਹੜਾ ਉਸੇ ਤਰ੍ਹਾਂ ਅੰਤ ਹੋਇਆ ਜਿਵੇਂ ਸੁਰਿੰਦਰ ਕੌਰ ਹੋਣਾ ਦੇ ਜਾਣ ਦੇ ਨਾਲ ਹੋਇਆ ਸੀ, ਕਿਉਂਕਿ ਉਹਨਾਂ ਤੋਂ ਮਗਰੋਂ ਹੁਣ ਜੇਕਰ ਅੱਜ ਦੀ ਤਰੀਕ ਦੇ ਵਿੱਚ ਵੇਖੀਏ ਤਾਂ ਹੁਣ ਉਹ ਗਾਇਕਾ ਜਿਹੜੇ ਸੁਰ ਨੂੰ ਸਮਝਦੇ ਸਨ, ਉਹੋ ਜਿਹੇ ਗਾਇਕ ਜਿਹੜੇ ਹੁਣ ਲੱਭਣੇ ਬਹੁਤ ਮੁਸ਼ਕਿਲ ਨੇ। ਮੈਂ ਵਿਨਿੰਗ ਪੰਜਾਬ ਵੱਲੋਂ ਪੰਜਾਬ ਦੀ ਉਸ ਮਹਾਨ ਗਾਇਕਾ ਨੂੰ ਸ਼ਰਧਾ ਦੇ ਜਿਹੜੇ ਫੁੱਲ ਜਿਹੜੇ ਉਹ ਭੇਟ ਕਰਦਾ। ਤੇ ਹੁਣ ਗੱਲ ਕਰਾਂਗੇ ਆਪਾਂ ਨਵਜੋਤ ਸਿੰਘ ਸਿੱਧੂ ਦੇ ਉਹਨਾਂ 2 ਮਹੱਤਵਪੂਰਨ ਟਵੀਟਾਂ ਦੀ ਜਿਹੜੇ ਅੱਜ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਸੰਦਰਭ ਦੇ ਵਿੱਚ ਕੀਤੇ ਨੇ। ਦਰਸ਼ਕਾਂ ਨੂੰ ਯਾਦ ਹੋਵੇਗਾ ਕਿ ਅੱਜ ਗੁਰਪੁਰਬ ਵਾਲੇ ਦਿਨ ਪੰਜਾਬ ਦੇ ਮਾਫ ਕਰਨਾ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਬਕਾਇਦਾ ਤੌਰ ਤੇ ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨ ਸੰਬੰਧੀ ਇੱਕ ਐਲਾਨ ਜਿਹੜਾ ਉਹ ਕੀਤਾ ਜਾ ਚੁੱਕਾ ਹੈ, ਔਰ ਉਹਦਾ ਜਿਹੜਾ ਪ੍ਰੋਸੈਸ ਆ ਉਹ ਵੀ ਸ਼ੁਰੂ ਹੋ ਚੁੱਕਾ। ਪਰ ਜਿਸ ਤਰੀਕੇ ਦੇ ਨਾਲ ਹਰ ਪਾਰਟੀ ਚਾਹੁੰਦੀ ਹੈ ਕਿ ਇਹ ਮੁੱਦਾ ਜਲਦੀ ਤੋਂ ਜਲਦੀ ਹੱਲ ਹੋਵੇ, ਔਰ ਕਿਉਂਕਿ ਬੀਤੇ ਦੌਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਭਰੋਸੇਯੋਗਤਾ ਹੈ ਉਹਦੇ ਉੱਤੇ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਲੱਗਾ, ਜਿਸ ਕਰਕੇ ਕਿਸਾਨ ਜਥੇਬੰਦੀਆਂ, ਚਾਹੇ ਉਹ ਕੋਈ ਵੀ ਹੋਣ ਜਾਂ ਦੂਜੀਆਂ ਰਾਜਨੀਤਿਕ ਪਾਰਟੀਆਂ, ਹੁਣ ਪ੍ਰਧਾਨ ਮੰਤਰੀ ਦੇ ਇਸ ਐਲਾਨ ਦੇ ਉੱਤੇ ਉਹ ਯਕੀਨ ਜਿਹੜਾ ਉਹ ਨਹੀਂ ਕਰਦੀਆਂ ਪਾ ਰਹੀਆਂ, ਨਹੀਂ ਕਰ ਸਕੀਆਂ। ਤਾਂ ਇਸੇ ਤਰੀਕੇ ਨਾਲ ਜਿੱਥੇ ਬਲਬੀਰ ਸਿੰਘ ਰਾਜੇਵਾਲ ਔਰ ਮਹਿੰਦਰ ਸਿੰਘ ਮਾਫ ਕਰਨਾ ਰਾਕੇਸ਼ ਟਕੈਤ ਵੱਲੋਂ ਇਹ ਕਿਹਾ ਗਿਆ ਕਿ 26 ਨਵੰਬਰ ਨੂੰ ਉਸੇ ਤਰ੍ਹਾਂ ਮਹਾਪੰਚਾਇਤ ਹੋਵੇਗੀ ਤੇ 29 ਨਵੰਬਰ ਨੂੰ ਉਸੇ ਤਰ੍ਹਾਂ ਜਿਹੜਾ ਟਰੈਕਟਰ ਮਾਰਚ ਹੈ ਕਰਾਓ ਜਿਹੜਾ ਉਹਨਾਂ ਸੱਦਾ ਦਿੱਤਾ ਉਸੇ ਤਰ੍ਹਾਂ ਹੋਵੇਗਾ। ਇਸ ਸਾਰੇ ਕਾਸੇ ਦੇ ਵਿੱਚ ਜਿਹੜੇ 2 ਟਵੀਟ ਨੇ ਨਵਜੋਤ ਸਿੱਧੂ ਦੇ ਆਏ ਨੇ, ਤਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ 1 ਬਾਈ 1 ਅਸੀਂ ਪਹਿਲਾ ਟਵੀਟ ਪੜ੍ਹ ਕੇ ਸੁਣਾ ਦਈਏ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਅੱਜ ਦਾ ਪਹਿਲਾ ਟਵੀਟ ਆ ਉਹ ਹੈ ਕਿ ਅੱਜ ਭਾਵੇਂ ਅਸੀਂ ਕੇਂਦਰ ਦੇ 3 ਕਾਲੇ ਕਾਨੂੰਨਾਂ ਖਿਲਾਫ ਆਪਣੀ ਜਿੱਤ ਦੀ ਖੁਸ਼ੀ ਮਨਾ ਰਹੇ ਹਾਂ। ਟੀਮ ਨੂੰ ਕਹਿਣਾ ਕਿ ਜਿਹੜਾ ਪਹਿਲਾ ਟਵੀਟ ਪਹਿਲਾਂ ਪਲੀਜ਼ ਦਿਖਾ ਦੇਣਾ, ਮਨਾ ਰਹੇ ਹਾਂ, ਪਰ ਸਾਡਾ ਅਸਲ ਕੰਮ ਅਜੇ ਸ਼ੁਰੂ ਹੋਇਆ ਹੈ। ਖੇਤੀ ਕਾਨੂੰਨਾਂ ਤੋਂ ਬਿਨਾਂ MSP, ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਲਈ ਕੇਂਦਰ ਦੀ ਗੁੱਝੀ ਸਾਜ਼ਿਸ਼ ਜਾਰੀ ਰਹੇਗੀ। ਇਹ ਹੁਣ ਗੁਪਤ ਅਤੇ ਹੋਰ ਖਤਰਨਾਕ ਹੋਵੇਗੀ। ਸੋ ਪਹਿਲਾ ਟਵੀਟ ਜਿਹੜਾ ਹੈ ਉਹਦੇ ਵਿੱਚ ਨਵਜੋਤ ਸਿੱਧੂ ਨੂੰ ਉਹਦੇ ਉੱਤੇ ਚੋਟ ਕੀਤੀ ਹੈ ਕਿ ਜਿਸ ਤਰੀਕੇ ਨਾਲ ਚਾਹੇ ਭਾਜਪਾ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣੀ ਹਨ, ਉਹ ਕਿਸ ਤਰੀਕੇ ਨਾਲ ਭਾਜਪਾ ਦੇ ਇਸ ਐਲਾਨ ਨੂੰ ਇੱਕ ਬੜੀ ਵੱਡੀ ਜਿਹੜੀ ਜਿੱਤ ਜਿਹੜੀ ਉਹ ਦਰਸਾ ਰਹੇ ਨੇ। ਪਰ ਇਹਦੇ ਵਿੱਚ ਉਹਨਾਂ ਨੇ ਨਵਜੋਤ ਸਿੱਧੂ ਨੂੰ ਕਿਹਾ ਆ ਕਿ ਟੈਕਨੀਕਲ ਟੀਮ ਨੂੰ ਕਹਿਣਾ ਕਿ ਪਹਿਲਾ ਟਵੀਟ ਜਿਹੜਾ ਉਹ ਦੁਬਾਰਾ ਇੱਕ ਵਾਰੀ ਦਿਖਾ ਦੇਣ, ਉਸ ਦਾ ਤਾਂ ਜੋ ਵਿਆਖਿਆ ਜਿਹੜੀ ਆਪਾਂ ਠੀਕ ਤਰੀਕੇ ਨਾਲ ਜਿਹੜੀ ਉਹ ਕਰ ਸਕੀਏ। ਪਹਿਲਾ ਟਵੀਟ ਜਿਹੜਾ ਹੈ ਜੀ ਬਿਲਕੁਲ, ਪਰ ਜਿਸ ਤਰ੍ਹਾਂ ਕਹਿੰਦੇ ਕਿ ਪਰ ਸਾਡਾ ਅਸਲ ਕੰਮ ਅਜੇ ਸ਼ੁਰੂ ਹੋਇਆ।
ਨਵਜੋਤ ਸਿੱਧੂ ਕਹਿ ਰਹੇ ਨੇ ਕਿ ਸਾਡਾ ਜਿਹੜਾ ਅਸਲ ਕੰਮ ਆ ਅਜੇ ਉਹ ਹੁਣ ਸ਼ੁਰੂ ਹੋਇਆ। ਖੇਤੀ ਕਾਨੂੰਨਾਂ ਤੋਂ ਬਿਨਾਂ ਜਿਹੜਾ ਮਹੱਤਵਪੂਰਨ ਮੁੱਦਾ ਉਹ MSP ਦਾ, ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀ ਕੇਂਦਰ ਦੀ ਗੁੱਝੀ ਸਾਜ਼ਿਸ਼ ਜਾਰੀ ਰਹੇਗੀ। ਹੁਣ ਇਹ 4 ਮੁੱਦੇ ਨੇ ਜਿਹੜੇ ਉਹਨਾਂ ਖੇਤੀ ਕਾਨੂੰਨਾਂ ਤੋਂ ਇਲਾਵਾ ਸਨ, MSP ਦਾ, ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਔਰ ਜਨਤਕ ਵੰਡ ਪ੍ਰਣਾਲੀ। ਇਹਨਾਂ ਦੇ ਸੰਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਈ ਵੀ ਵਿਚਾਰ ਜਿਹੜਾ ਆਪਣਾ ਪੇਸ਼ ਜਿਹੜਾ ਉਹਨਾਂ ਨੇ ਨਹੀਂ ਕੀਤਾ। ਤਾਂ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਬੇਸ਼ੱਕ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਸੰਬੰਧੀ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ, ਪਰ MSP ਜਿਹੜੀ ਹੈ ਉਹਦੇ ਸੰਬੰਧੀ ਕੇਂਦਰ ਦੀ ਜਿਹੜੀ ਗੁੰਝੀ ਸਾਜ਼ਿਸ਼ ਆ ਉਸੇ ਤਰ੍ਹਾਂ ਜਾਰੀ ਹੈਗੀ ਜਿਸ ਤਰ੍ਹਾਂ ਪਹਿਲਾਂ ਸੀ। ਸਰਕਾਰੀ ਖਰੀਦ, ਜਿਸ ਤਰ੍ਹਾਂ ਕੋਈ ਫਸਲ ਜਿਹੜੀ ਹੈ ਉਹਨੂੰ ਅਜੇ ਵੀ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਗੱਲ ਕਰ ਰਹੇ ਹੈ, ਇਹ ਕਾਲੇ ਕਾਨੂੰਨਾਂ ਤੋਂ ਅਲੱਗ ਹੈ। ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਕਾਨੂੰਨਾਂ ਤੋਂ ਇਲਾਵਾ MSP, ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਤੇ ਜਨਤਕ ਵੰਡ ਪ੍ਰਣਾਲੀ ਨੂੰ ਕਿਸ ਤਰੀਕੇ ਨਾਲ ਜਿਹੜਾ ਕੇਂਦਰ ਦੀ ਭਾਜਪਾ ਸਰਕਾਰ ਆ ਉਹ ਖਤਮ ਕਰਨ ਦਾ ਸੋਚਿਆ ਤਾਂ ਉਹਦੀ ਇਹ ਸਾਜ਼ਿਸ਼ ਜਿਹੜੀ ਆ ਜਾਰੀ ਰਹੇਗੀ। ਤੇ ਇਹ ਹੁਣ ਹੋਰ ਗੁਪਤ ਤੇ ਹੋਰ ਖਤਰਨਾਕ ਹੋ ਗਈ। ਨਵਜੋਤ ਸਿੱਧੂ ਦਾ ਇਹ ਕਹਿਣਾ ਕਿ ਇਹ ਸਾਜ਼ਿਸ਼ ਜਿਹੜੀ ਆ ਇਹ ਹੁਣ ਪਰਦੇ ਦੇ ਪਿੱਛੇ, ਕਿਉਂਕਿ ਕਿਸਾਨ ਜਿਹੜੇ ਸੀ ਉਹ 3 ਕਾਲੇ ਕਾਨੂੰਨਾਂ ਦੀ ਗੱਲ ਕਰਦੇ ਪਏ ਸਨ ਔਰ ਜਿਹੜਾ ਵੱਡਾ ਭਾਰਤ ਦੇ ਲੋਕਾਂ ਦਾ ਚਾਹੇ ਰਾਸ਼ਟਰੀ ਪੱਧਰ ਤੇ ਚਾਹੇ ਅੰਤਰਰਾਸ਼ਟਰੀ ਪੱਧਰ ਤੇ ਕਿਸਾਨਾਂ ਨੂੰ ਜਿਹੜਾ ਸਮਰਥਨ ਮਿਲ ਰਿਹਾ ਸੀ ਉਹ ਇਹਨਾਂ 3 ਕਾਲੇ ਕਾਨੂੰਨਾਂ ਨੂੰ ਖਤਮ ਕਰਨ ਦੇ ਸੰਦਰਭ ਦੇ ਵਿੱਚ ਮਿਲਦਾ ਪਿਆ ਸੀ। ਹੁਣ MSP ਦੀ ਜਿਹੜੀ ਸ਼ਰਤ ਹੈ ਕਿ MSP ਦੇ ਸੰਬੰਧੀ ਅਜੇ ਤੱਕ ਭਾਜਪਾ ਦੀ ਕੇਂਦਰ ਸਰਕਾਰ ਨੇ ਇੱਕ ਵੀ ਜਿਹੜਾ ਬਿਆਨ ਜਿਹੜਾ ਉਹ ਜਾਰੀ ਨਹੀਂ ਕੀਤਾ। ਹਾਲਾਂਕਿ ਕਿਸਾਨਾਂ ਦੀ ਇਹ ਵੀ ਇੱਕ ਮਹੱਤਵਪੂਰਨ ਮੰਗ ਜਿਹੜੀ ਹੈਗੀ ਕਿ ਹੁਣੀ ਉਹਨੂੰ ਨਿਰਧਾਰਿਤ ਕੀਤਾ ਜਾਵੇ। ਇਹਦੇ ਉੱਤੇ ਹਮੇਸ਼ਾ ਉਹ ਕਹਿ ਦਿੰਦੇ ਕਿ ਹਾਂ ਅਸੀਂ MSP ਖਤਮ ਨਹੀਂ ਕਰਾਂਗੇ। ਕੇਂਦਰ ਸਰਕਾਰ ਵੱਲੋਂ ਹਮੇਸ਼ਾ ਇਹ ਕਿਹਾ ਗਿਆ MSP ਅਸੀਂ ਖਤਮ ਨਹੀਂ ਕਰਾਂਗੇ, ਪਰ ਜਦੋਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਤੁਸੀਂ ਸਾਨੂੰ ਲਿਖ ਕੇ ਦਿਓ ਤਾਂ ਉਸ ਵਕਤ ਜਿਹੜਾ ਭਾਰਤ ਸਰਕਾਰ ਦਾ ਕੇਂਦਰ ਖੇਤੀਬਾੜੀ ਜਿਹੜਾ ਵਿਭਾਗ ਆ ਉਹ ਬਿਲਕੁਲ ਡਗਮਗਾ ਜਾਂਦਾ। ਇਸ ਸੰਬੰਧੀ ਕੋਈ ਵਰਸ਼ਨ ਜਿਹੜਾ ਉਹ ਨਹੀਂ ਦਿੰਦਾ, ਨਾ ਹੀ ਬਿਆਨ ਦਿੰਦਾ ਤੇ ਨਾ ਹੀ ਹੁਣ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ। ਸੋ ਇਹ ਜਿਹੜੀ ਸਾਜ਼ਿਸ਼ ਆ ਇਹ ਗੁਪਤ ਅਤੇ ਬਹੁਤ ਹੀ ਜਿਹੜੀ ਜ਼ਿਆਦਾ ਖਤਰਨਾਕ ਹੈਗੀ ਹੈ। ਨਵਜੋਤ ਸਿੱਧੂ ਇਸ ਮੁੱਦੇ ਤੇ ਆਪਣੀ ਪੂਰਨ ਤੌਰ ਤੇ ਉਸਨੇ ਜਿਹੜੀ ਸੋਚ ਹੈ ਇਸ ਤੇ ਜਿਹੜੀ ਝੂਠ ਕੀਤੀ ਹੈ। ਹੁਣ ਜਿਹੜਾ ਦੂਸਰਾ ਟਵੀਟ ਆ ਉਹ ਸਕਰੀਨ ਤੇ ਆਪਣੇ ਦਰਸ਼ਕਾਂ ਨੂੰ ਅਸੀਂ ਦਿਖਾ ਰਹੇ ਹਾਂ ਜੀ। ਜਿਸ ਤਰ੍ਹਾਂ ਉਹ ਕਹਿ ਰਹੇ ਕਿ ਖਰੀਦ, ਸਟੋਰੇਜ ਅਤੇ ਪਰਚੂਨ ਨਿੱਜੀ ਹੱਥਾਂ ਵਿੱਚ ਦੇਣ ਲਈ ਕੇਂਦਰ ਦੀ ਯੋਜਨਾ ਅਜੇ ਵੀ ਜਾਰੀ ਹੈ। ਜਿਸ ਤਰ੍ਹਾਂ ਕਾਰਪੋਰੇਟ ਜਗਤ ਹੈ, ਕਾਰਪੋਰੇਟ ਜਗਤ ਨੂੰ ਜਿਸ ਤਰੀਕੇ ਨਾਲ ਭਾਜਪਾ ਦੀ ਜਿਹੜੀ ਮੋਦੀ ਸਰਕਾਰ ਆ ਇਸ ਤਰੀਕੇ ਨਾਲ ਕਾਰਪੋਰੇਟ ਜਗਤ ਨੂੰ ਉਹਨਾਂ ਦਾ ਆਪਸੀ ਪਿਆਰ ਆ ਜਾਂ ਕਿਸ ਤਰੀਕੇ ਨਾਲ ਉਹਨਾਂ ਦੇ ਆਪਸੀ ਸੰਬੰਧ ਹਨ, ਇਹਦੇ ਸੰਬੰਧੀ ਵਿਚਾਰ ਚਰਚਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਸਭ ਕੁਝ ਸਾਰੇ ਭਾਰਤ ਦਾ ਨਿੱਕੇ ਤੋਂ ਨਿੱਕਾ ਬੱਚਾ ਵੀ ਜਾਣਦਾ ਕਿ ਨਰਿੰਦਰ ਮੋਦੀ ਇਸ ਵੇਲੇ ਕਿਸ ਤਰੀਕੇ ਨਾਲ ਅੰਬਾਨੀ ਤੇ ਜਾਂ ਅਡਾਨੀ ਦੇ ਹੱਥਾਂ ਦੇ ਵਿੱਚ ਉਹ ਜਿਹੜੇ ਖੇਡਦੇ ਪਏ ਨੇ। ਤਾਂ ਜੇਕਰ ਉਹ ਅਜੇ ਵੀ ਉਹਨਾਂ ਨੇ ਜਿਹੜੀ ਪ੍ਰਾਈਵੇਟ ਖਰੀਦ ਹੈ, ਸਟੋਰੇਜ ਆ, ਉਹ ਅਜੇ ਵੀ ਨਿੱਜੀ ਹੱਥਾਂ ਦੇ ਵਿੱਚ ਹੀ ਹੈ, ਨਾ ਕਿ FCI ਨੂੰ ਵੀ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਉਸ ਦਾ ਨਿੱਜੀਕਰਨ ਕੀਤਾ ਜਾ ਚੁੱਕਾ ਜਾਂ ਉਹਦੇ ਵੱਲੋਂ ਕਦਮ ਜਿਹੜੇ ਨੇ ਪੁੱਟੇ ਜਾ ਰਹੇ ਨੇ। ਸੋ MSP ਦੇ ਕਾਨੂੰਨੀਕਰਨ ਬਾਰੇ ਕੇਂਦਰ ਦੁਆਰਾ ਕੋਈ ਸ਼ਬਦ ਨਹੀਂ ਬੋਲਿਆ ਗਿਆ। ਅਸੀਂ ਜੂਨ ਜਿਹੜੇ 2020 ਦੀ ਸਥਿਤੀ ਵਿੱਚ ਵਾਪਸ ਪਹੁੰਚ ਗਏ ਹਾਂ। ਕਾਰਪੋਰੇਟ ਦੇ ਕਬਜ਼ੇ ਤੋਂ ਬਚਣ ਲਈ ਛੋਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਹੈ। ਪੰਜਾਬ ਮਾਡਲ ਹੀ ਇਸ ਦਾ ਇੱਕ ਹੱਲ ਹੈ। ਹੁਣ ਇਹਦੇ ਨਾਲ ਹੀ ਨਾਲ ਦੇਖੋ ਬੜਾ ਇੰਟਰਸਟਿੰਗ ਜਿਹੜੀਆਂ ਸਤਰਾਂ ਨੇ ਜਿਹੜੀਆਂ ਇਸ ਟਵੀਟ ਦੀਆਂ ਕਿ ਕਾਰਪੋਰੇਟ ਤੋਂ ਬਚਣ ਲਈ ਛੋਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਆ। ਤਾਂ ਇਹਦੇ ਨਾਲ ਹੀ ਨਾਲ ਨਵਜੋਤ ਸਿੱਧੂ ਨੇ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ, ਉੱਥੇ ਨਾਲ ਹੀ ਨਾਲ ਪੰਜਾਬ ਜਿਹੜੀ ਸਰਕਾਰ ਆ, ਚਰਨਜੀਤ ਸਿੰਘ ਚੰਨੀ ਦੀ ਜਿਹੜੀ ਸਰਕਾਰ ਆ, ਉਹਨੂੰ ਵੀ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਦਿਵਾਇਆ ਕਿ ਜੇਕਰ ਪੰਜਾਬ ਦੇ ਅੰਦਰ ਅਸੀਂ ਛੋਟੀ ਕਿਸਾਨੀ ਨੂੰ ਬਚਾਉਣਾ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਇੱਕ ਨੀਤੀ ਬਣਾ ਕੇ ਪੂਰਨ ਤੌਰ ਤੇ ਸਮਰਥਨ ਜਿਹੜਾ ਦੇਣਾ ਪਏਗਾ ਤਾਂ ਹੀ ਜਿਹੜਾ ਕਾਰਪੋਰੇਟ ਜਗਤ ਦੇ ਚੁੰਗਲ ਤੋਂ ਜਿਹੜੀ ਪੰਜਾਬ ਦੀ ਛੋਟੀ ਕਿਸਾਨੀ ਹੈ ਜਿਹੜੀ ਉਹ ਬਚ ਸਕੇਗੀ। ਸੋ ਪੰਜਾਬ ਮਾਡਲ ਹੀ ਇਸ ਦਾ ਇੱਕ ਹੱਲ ਹੈ। ਹੁਣ ਇਹਦੇ ਵਿੱਚ ਨਵਜੋਤ ਸਿੱਧੂ ਨੇ ਫਿਰ ਪੰਜਾਬ ਮਾਡਲ ਦੀ ਗੱਲ ਕੀਤੀ। ਉਹ ਪੰਜਾਬ ਮਾਡਲ ਜਿਹਦੇ ਸੰਬੰਧੀ ਉਹਨਾਂ ਨੇ ਇੰਨੀ ਗੱਲ ਕਹੀ ਸੀ ਬੀਤੇ 2 ਦਿਨਾਂ 'ਚ ਕਿ ਵਿੱਤੀ ਪਾਰਦਰਸ਼ਤਾ ਔਰ ਜਵਾਬਦੇਹੀ ਉਸ ਨੂੰ ਯਕੀਨੀ ਬਣਾਉਣਾ ਪਏਗਾ, ਚਾਹੇ ਉਹ ਕਿਸੇ ਵੀ ਸੰਦਰਭ 'ਚ ਹੋਵੇ, ਕਿਸਾਨੀ ਦੇ ਸੰਦਰਭ 'ਚ, ਵਪਾਰ ਦੇ ਸੰਦਰਭ 'ਚ ਹੋਵੇ, ਜਿਹੜੇ ਨੌਕਰਸ਼ਾਹੀ ਦੇ ਸੰਦਰਭ 'ਚ ਹੋਵੇ। ਇਹ ਜਿਹੜੀਆਂ 2 ਚੀਜ਼ਾਂ ਨੇ, ਵਿੱਤੀ ਜਵਾਬਦੇਹੀ ਪਾਰਦਰਸ਼ਤਾ ਜਿਹੜੀ ਹੈ, ਇਹ ਜ਼ਰੂਰੀ 2 ਚੀਜ਼ਾਂ ਨੇ, ਵਿੱਤੀ ਪਾਰਦਰਸ਼ਤਾ ਔਰ ਜਵਾਬਦੇਹੀ, ਕਿ ਦੋਵੇਂ ਕਿਸੇ ਵੀ ਪੱਖ ਤੋਂ ਇਹ ਪੰਜਾਬ ਮਾਡਲ ਦਾ ਜਿਹੜਾ ਮੁੱਢਲਾ ਆਧਾਰ ਆ। ਤਾਂ ਇਸ ਪੰਜਾਬ ਮਾਡਲ ਦੇ ਆਧਾਰ ਤੇ ਗੱਲ ਕਰਦੇ ਆ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨੂੰ ਵੀ ਨਿਰਧਾਰਿਤ ਕੀਤਾ ਔਰ ਉਸ ਦੇ ਨਾਲ ਹੀ ਨਾਲ ਉਹਨਾਂ ਨੇ ਕੇਂਦਰ ਸਰਕਾਰ ਤੋਂ ਵੀ ਇਹ ਅਹਿਸਾਸ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਕਿ ਜਿੰਨਾ ਚਿਰ ਤੱਕ ਤੁਸੀਂ MSP ਦੇ ਸੰਬੰਧੀ ਕੋਈ
ਨਿਰਧਾਰਤ ਜਿਹੜੀ ਨੀਤੀ ਹੈ ਨਹੀਂ ਕੱਢਦੇ ਉਸ ਸਮੇਂ ਤੱਕ ਇਹ ਜਿਹੜੇ ਐਲਾਨ ਨੇ ਇਹਨਾਂ ਐਲਾਨਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਕਾਲੇ ਕਾਨੂੰਨ ਜਿਹੜੇ ਰੱਦ ਹੋਣੇ ਇੱਕ ਵੱਖਰਾ ਕਨਸੈਪਟ ਆ, ਪਰ ਕਿਸਾਨ ਉੱਥੇ ਇਹਨਾਂ ਕਾਲੇ ਕਾਨੂੰਨਾਂ ਤੋਂ ਇਲਾਵਾ ਹੋਰ ਵੀ ਕੁਝ ਬੜੀਆਂ ਮਹੱਤਵਪੂਰਨ ਮੰਗਾਂ ਨੂੰ ਜਿਹੜੇ ਉਹ ਲੈ ਕੇ ਬੈਠੇ ਨੇ। ਤਾਂ ਉਹਨਾਂ ਮੰਗਾਂ ਨੂੰ ਹੱਲ ਕਰਨ ਵਾਸਤੇ ਜ਼ਰੂਰੀ ਆ ਕਿ ਤੁਸੀਂ MSP, ਕਿਉਂਕਿ MSP ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਕਿਸਾਨਾਂ ਦੀ ਇਹ ਮੰਗ ਰਹੀ ਆ ਕਿ ਸਰਕਾਰ ਜਿਹੜੀ ਆ ਕੇਂਦਰ ਦੀ ਭਾਜਪਾ ਸਰਕਾਰ ਸਾਨੂੰ ਗਰੰਟੀ ਦੇਵੇ ਲਿਖ ਕੇ, ਪਰ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਇਹਦੇ ਸੰਬੰਧੀ ਜ਼ਬਾਨੀ ਤਾਂ ਕਹਿ ਦਿੰਦੀ ਕਿ MSP ਖਤਮ ਨਹੀਂ ਕੀਤੀ ਜਾਊਗੀ, ਪਰ ਉਹ ਲਿਖ ਕੇ ਦੇਣ ਨੂੰ ਤਿਆਰ ਨਹੀਂ ਆ। ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਤੁਸੀਂ ਹਿੰਦੁਸਤਾਨ ਦੀ ਗੱਲ ਛੱਡ ਦਈਏ, ਸਮੁੱਚੇ ਹਿੰਦੁਸਤਾਨ ਦੀ, ਸਾਰੇ ਭਾਰਤ ਦੀ ਗੱਲ ਛੱਡ ਦਈਏ, ਪੰਜਾਬ ਦੇ ਵਿੱਚ ਹੀ ਅੰਬਾਨੀ ਔਰ ਅਡਾਨੀ ਦੇ ਜਿਹੜੇ ਮਾਫ ਕਰਨਾ ਬੜੇ ਬੜੇ ਵੱਡੇ ਗੋਦਾਮ ਜਿਹੜੇ ਆ ਉਹ ਸਟੋਰ ਵਾਸਤੇ ਲੱਗ ਚੁੱਕੇ ਆ। ਇਹਦੀ ਇੱਕ ਬਕਾਇਦਾ ਡੇਟ ਵੀ ਫਿਗਰ ਵੀ ਜਿਹੜੀ ਉਹ ਆਈ ਸੀ ਕਿ ਸਮੁੱਚੇ ਭਾਰਤ ਵਿੱਚ ਇਸ ਵੇਲੇ ਅੰਬਾਨੀਆਂ ਦੇ ਜਾਂ ਅਡਾਨੀਆਂ ਦੇ ਜਿਹੜੇ ਗੋਦਾਮ ਨੇ ਵੱਡੇ ਪੱਧਰ ਤੇ ਸਟੋਰੇਜ ਦੇ ਕਿੰਨੀ ਵੱਡੀ ਮਾਤਰਾ ਵਿੱਚ ਬਣ ਚੁੱਕੇ, ਤੇ ਪੰਜਾਬ ਦੇ ਵਿੱਚ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਉਹ ਬਣ ਚੁੱਕੇ ਆ। ਤਾਂ ਜੇਕਰ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਐਲਾਨ ਉਹਨਾਂ ਕਰਤਾ ਪ੍ਰਧਾਨ ਮੰਤਰੀ ਹੁਣਾਂ ਲਾਈਵ ਹੋ ਕੇ, ਦੂਜੇ ਪਾਸੇ MSP ਦੀ ਜਿਹੜੀ ਨਿਰਧਾਰਤ ਹੈ ਉਹਦੇ ਸੰਬੰਧੀ ਸਰਕਾਰ ਕੋਈ ਵੀ ਲਿਖਤੀ ਗਰੰਟੀ ਦੇਣ ਨੂੰ ਤਿਆਰ ਨਹੀਂ। ਉਸੇ ਤਰ੍ਹਾਂ ਹੀ ਖਰੀਦ ਏਜੰਸੀ ਸਟੋਰੇਜ ਜਿਹੜਾ ਆ ਉਹ ਉਸੇ ਤਰ੍ਹਾਂ ਜਾਰੀ ਹੈ। ਤਾਂ ਕਹਿਣ ਦਾ ਅਰਥ ਹੈ ਕਿ ਇਹੋ ਜਿਹੀ ਜਿਹੜੀ ਭਰੋਸੇਯੋਗਤਾ ਜਿਹੜੀ ਗਵਾ ਚੁੱਕੀ ਹੈ ਕੇਂਦਰ ਦੀ ਸਰਕਾਰ ਦੇ ਪ੍ਰਤੀ ਕਿਸਾਨਾਂ ਦੀ, ਚਾਹੇ ਉਹ ਕਿਸਾਨ ਕਿਸੇ ਵੀ ਪ੍ਰਾਂਤ ਦਾ ਹੋਵੇ, ਉਹ ਹੁਣ ਨਰਿੰਦਰ ਮੋਦੀ ਦੇ ਇਹਨਾਂ ਐਲਾਨਾਂ ਤੇ ਯਕੀਨ ਕਰਨ ਤੋਂ ਅਸਮਰੱਥ ਹੈ ਜਾਂ ਯਕੀਨ ਨਹੀਂ ਕਰਦਾ। ਤਾਂ ਸ਼ਾਇਦ ਇਹੋ ਹੀ ਕਾਰਨ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਅੱਜ ਐਲਾਨ ਕੀਤਾ ਕਿ ਅਸੀਂ ਉਹਨਾਂ ਚਿਰ ਤੱਕ ਇੱਥੋਂ ਹਿੱਲਾਂਗੇ ਨਹੀਂ ਕਿ ਜਿੰਨਾ ਚਿਰ ਤੱਕ ਉਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਔਰ ਬਾਕਾਇਦਾ ਤੌਰ ਤੇ ਉਹਨਾਂ ਦਾ ਜਿਹੜਾ ਪਹਿਲੇ ਦਾ ਨਿਰਧਾਰਤ ਪ੍ਰੋਗਰਾਮ ਆ ਉਸੇ ਤਰ੍ਹਾਂ ਉਹ ਜਾਰੀ ਰਹੇਗਾ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ 26 ਨਵੰਬਰ ਦੀ ਮਹਾਂ ਪੰਚਾਇਤ ਔਰ 29 ਨਵੰਬਰ ਦਾ ਜਿਹੜਾ ਪਾਰਲੀਮੈਂਟ ਦਾ ਕਰਾਓ ਜਾਂ ਦਿੱਲੀ ਟਰੈਕਟਰ ਮਾਰਚ ਜਿਹੜਾ ਹੈਗਾ। ਹੁਣ ਇਹਦੇ ਸਿੱਟੇ ਕੀ ਨਿਕਲਦੇ ਜਾਂ ਕੀ ਨਹੀਂ ਨਿਕਲਦੇ ਇਹ ਇੱਕ ਵੱਖਰਾ ਵਿਸ਼ਾ, ਪਰ ਨਵਜੋਤ ਸਿੱਧੂ ਨੇ ਅੱਜ ਫਿਰ ਇਹ ਜਿਹੜੇ ਦੋ ਮਹੱਤਵਪੂਰਨ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ, ਉੱਥੇ ਨਾਲ ਹੀ ਨਾਲ ਇਹ ਪੰਜਾਬ ਸਰਕਾਰ ਨੂੰ ਵੀ ਇਹਨਾਂ ਛੋਟੇ ਕਿਸਾਨਾਂ ਨੂੰ ਬਚਾਉਣ ਵਾਸਤੇ ਉਹਦੀ ਜ਼ਿੰਮੇਵਾਰੀ ਨੂੰ ਨਿਰਧਾਰਿਤ ਕੀਤਾ ਤੇ ਪੰਜਾਬ ਮਾਡਲ ਦੀ ਗੱਲ ਕੀਤੀ। ਤਾਂ ਪੰਜਾਬ ਮਾਡਲ ਉਹ ਕਹਿੰਦੇ ਕਿ ਪੰਜਾਬ ਕੇਵਲ ਔਰ ਕੇਵਲ 2 ਮਾਰਚ 2020 ਤੱਕ ਮਾਫ ਕਰਨਾ 22 ਤੱਕ ਹੀ ਨਹੀਂ ਜੀਣਾ, ਇਹਨੇ ਅਗਲਾ ਲੰਬਾ ਸਮਾਂ ਜਿਹੜਾ ਪੰਜਾਬ ਦੇ ਲੋਕਾਂ ਨੇ ਜੀਣਾ। ਤਾਂ ਫਿਰ ਇਹੋ ਜਿਹਾ ਇੱਕ ਪੰਜਾਬ ਮਾਡਲ ਦਿੱਤਾ ਜਾਵੇ ਕਿ ਕਰਜ਼ਾ ਚੁੱਕ ਕੇ ਕਿਸਾਨਾਂ ਦੀਆਂ ਜਾਂ ਪੰਜਾਬ ਵਾਸੀਆਂ ਦੀਆਂ ਮੰਗਾਂ ਨੂੰ ਹੱਲ ਨਾ ਕੀਤਾ ਜਾਵੇ, ਬਲਕਿ ਆਪਣੇ ਸਰੋਤਾਂ ਤੋਂ ਕੀ ਕੀਤਾ ਜਾਵੇ, ਖਜ਼ਾਨਾ ਭਰਿਆ ਜਾਵੇ, ਤੇ ਖਜ਼ਾਨਾ ਆਪਣੇ ਉਹਨਾਂ ਸਰੋਤਾਂ ਤੋਂ ਭਰ ਕੇ ਪੰਜਾਬ ਦੇ ਭੜੇ ਦੇ ਰੂਪ ਦੇ ਜਿਹੜਾ ਟੈਕਸ ਲੈਣਾ ਮੋੜਵੇਂ ਰੂਪ ਚ ਉਹਨਾਂ ਨੂੰ ਪੰਜਾਬ ਦੇ ਵਾਸੀਆਂ ਨੂੰ ਦਿੱਤਾ ਜਾਵੇ, ਨਾ ਕਿ ਕਰਜ਼ਾ ਲੈ ਕੇ ਕਰਜ਼ਾ ਲਾਇਆ ਜਾਵੇ ਜਾਂ ਪੰਜਾਬ ਦੇ ਵਿਕਾਸ ਦੀ ਅਖੌਤੀ ਨਾਅਰੇਬਾਜ਼ੀ ਜਾਂ ਅਖੌਤੀ ਬਿਆਨਬਾਜ਼ੀ ਜਿਹੜੀ ਕੀਤੀ ਜਾਵੇ। ਤਾਂ ਪੰਜਾਬ ਮਾਡਲ ਦੀ ਉਹ ਗੱਲ ਜਿਹੜੀ ਨਵਜੋਤ ਸਿੱਧੂ ਨੇ ਅੱਜ ਤੋਂ 4 ਦਿਨ ਪਹਿਲਾਂ ਟਵੀਟਾਂ 'ਚ ਕੀਤੀ ਸੀ, ਅੱਜ ਆਪਣੀ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਤੇ ਨਾਲ ਹੀ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨੂੰ ਉਹਨੇ ਆੜੀ ਹੱਥੀ ਲਿਆ। ਤਾਂ ਇਹ ਟਵੀਟ ਜਿਹੜੇ ਨੇ ਨਿਰਸੰਦੇਹ ਕੇਂਦਰ ਦੀ ਜਿਹੜੀ ਕਾਲੇ ਕਾਨੂੰਨਾਂ ਦੇ ਪ੍ਰਤੀ ਜਿਹੜੀ ਅਪਣਾਈ ਜਾ ਰਹੀ ਨੀਤੀ ਆ ਉਹਦਾ ਤਾਂ ਪਰਦਾਫਾਸ਼, ਉਹਦੀ ਸਾਜ਼ਿਸ਼ ਦਾ ਪਰਦਾ ਤਾਂ ਨੰਗਾ ਕਰਦੇ ਹੀ ਕਰਦੇ ਇਹ ਟਵੀਟ ਹਨ। ਪਰ ਨਾਲ ਹੀ ਨਾਲ ਇਹਨਾਂ ਟਵੀਟਾਂ ਨੇ ਪੰਜਾਬ ਸਰਕਾਰ ਦੇ ਵੀ ਜ਼ਿੰਮੇਵਾਰੀ ਨੂੰ ਨਿਰਧਾਰਿਤ ਕੀਤਾ ਕਿ ਪੰਜਾਬ ਸਰਕਾਰ ਨੂੰ ਛੋਟੀ ਕਿਸਾਨੀ ਨੂੰ ਬਚਾਉਣ ਵਾਸਤੇ ਇੱਕ ਨਿਰਧਾਰਿਤ ਰੋਲ ਜਿਹੜੇ ਮਾਡਲ ਜਾਂ ਪੰਜਾਬ ਮਾਡਲ ਨੂੰ ਜਿਹੜਾ ਅਪਣਾਉਣਾ ਪਏਗਾ, ਕਿਉਂਕਿ ਪੰਜਾਬ ਦੇ ਵਿੱਚ ਸਾਰੇ ਕਿਸਾਨ ਇੱਕੋ ਤਰ੍ਹਾਂ ਦੇ ਨਹੀਂ ਨੇ। ਆਮ ਤੌਰ ਤੇ ਅਸੀਂ ਕਿਸਾਨਾਂ ਦੀਆਂ 4 ਕੈਟਾਗਰੀਆਂ ਮੰਨਦੇ ਨੇ, ਇੱਕ ਕੰਬਾਈਨਾਂ ਵਾਲੇ ਸਰਦਾਰ ਨੇ, ਇੱਕ ਟਰੈਕਟਰਾਂ ਵਾਲੇ ਸਰਦਾਰ ਨੇ, ਇੱਕ ਢੱਗਿਆਂ ਵਾਲੇ ਸਰਦਾਰ ਨੇ, ਤੇ ਇੱਕ ਕਿਸਾਨ ਉਹ ਵੀ ਕਿਸਾਨ ਆ ਜਿਹੜਾ ਕਿਰਾਏ ਤੇ ਲੈ ਕੇ ਹਲ ਚਲਾਉਂਦਾ ਜਾਂ ਕਿਸਾਨ ਇਹ ਕੰਮ ਕਰਦਾ। ਤਾਂ ਸਭ ਤੋਂ ਜਿਹੜੀ ਮਾੜੀ ਹਾਲਤ ਔਰ ਜ਼ਿਆਦਾ ਵੱਡੀ ਮਾਤਰਾ 'ਚ ਉਹ ਕਿਸਾਨ ਨੇ ਜਿਹਨਾਂ ਕੋਲ ਕਿੱਲਾ ਜਾਂ 2-2 ਕਿੱਲੇ ਜਾਂ 2.5 ਕਿੱਲੇ ਤੋਂ ਵੱਧ ਪੈੜੀ ਨਹੀਂ ਆ। ਤਾਂ ਫਿਰ ਉਸ ਛੋਟੀ ਕਿਸਾਨੀ ਨੂੰ ਬਚਾਉਣ ਵਾਸਤੇ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ, ਇਹਦੀ ਜਿਹੜੀ ਜ਼ਿੰਮੇਵਾਰੀ ਆ ਇਹ ਜਿਹੜੀ ਆ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਪੰਜਾਬ ਸਰਕਾਰ ਤੇ ਸੁੱਟੀ ਹੈ। ਔਰ ਇਹ ਵੀ ਲੱਗ ਰਿਹਾ ਕਿ ਪੰਜਾਬ ਸਰਕਾਰ ਸ਼ਾਇਦ ਕਿਸਾਨਾਂ ਦੇ ਸੰਦਰਭ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਪਿੱਛੇ ਮੀਟਿੰਗ ਦਰਮਿਆਨ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਕੁਝ ਫੈਸਲੇ ਜਿਹੜੇ ਲਏ ਸੀ ਕਿ ਪਰਚੇ ਜਿਹੜੇ ਰੱਦ ਹੋਣਗੇ, ਕੁਝ ਕਾਫੀ ਵੱਡੇ ਪੱਧਰ ਤੇ ਫੈਸਲੇ ਲਏ ਗਏ। ਹੋ ਸਕਦਾ ਕਿ ਆਉਂਦਿਆਂ ਕੁਝ ਦਿਨਾਂ 'ਚ ਨਵਜੋਤ ਸਿੱਧੂ ਆਪਣਾ ਪ੍ਰਭਾਵ ਵਰਤ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਫੈਸਲੇ ਜਿਹੜੇ ਪੰਜਾਬ ਸਰਕਾਰ ਕੋਲ ਕਰਾਉਣ। ਸੋ ਇਹ ਜਿਹੜੀ ਅੱਜ ਦੀ ਮਹੱਤਵਪੂਰਨ ਇੱਕ ਤੇ ਖਬਰ ਇਹ ਸੀ ਜਿਸ ਸੰਬੰਧੀ ਅਸੀਂ ਵਿਚਾਰ ਵਿਸ਼ਲੇਸ਼ਣ ਜਿਹੜਾ ਕਰਨਾ ਜਿਹੜਾ ਜ਼ਰੂਰੀ ਬਣਦਾ ਸੀ। ਦੂਜਾ ਟਵੀਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਆਇਆ ਪਟਿਆਲੇ ਸ਼ਹਿਰ ਦੇ ਸੰਦਰਭ ਦੇ ਵਿੱਚ, ਜਿੱਥੇ ਤਾਂ ਉਹਨਾਂ ਨੇ ਪਟਿਆਲਾ ਸ਼ਹਿਰ ਨੂੰ ਜਿਹੜੀ ਗੱਲ ਕਲੀਨ ਸਾਫ਼ ਸਿਟੀ ਹੋਣ ਦੇ ਰੂਪ ਦੇ ਵਿੱਚ ਵਧਾਈ ਦਿੱਤੀ ਹੈ। ਉੱਥੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਪਟਿਆਲਾ ਵਾਸੀਆਂ ਨੇ 400 ਸਾਲਾਂ ਤੋਂ ਲਾਤਾ ਉਹਨਾਂ ਦੀ ਖਾਤਰ, ਜਿਸ ਤਰ੍ਹਾਂ ਇਹ ਟਵੀਟ ਜਿਹੜਾ ਇਹ ਸਾਹਮਣੇ ਆਇਆ
ਤਾਂ ਇਹਦੇ ਵਿੱਚ ਉਹ ਦੁਬਾਰਾ ਉਹਨਾਂ ਨੇ ਪਟਿਆਲੇ ਤੋਂ ਆਪਣੀ ਜਿਹੜੀ ਚੋਣ ਮੁਹਿੰਮ ਹੈ ਉਸ ਨੂੰ ਲੜਨ ਦੀ ਜਿਹੜੀ ਇੱਛਾ ਸ਼ਕਤੀ ਆ ਉਹ ਜਿਹੜੀ ਹੈ ਉਹ ਜ਼ਾਹਿਰ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਕਿ ਉਹ ਗੱਲਬਾਤ ਜਿਹੜੀ ਹੋਵੇਗੀ। ਸੋ ਜੇਕਰ ਅਸੀਂ ਇਹਦੀ ਗੱਲ ਕਰੀਏ ਕਿ ਮੈਂ ਪਟਿਆਲਾ ਤੋਂ ਹੀ ਚੋਣ ਲੜਾਂਗਾ, ਪਟਿਆਲਾ 400 ਸਾਲਾਂ ਤੋਂ ਸਾਡੇ ਨਾਲ ਰਿਹਾ ਹੈ ਤੇ ਮੈਂ ਸਿੱਧੂ ਦੀ ਖਾਤਰ ਉਹਨਾਂ ਨੂੰ ਛੱਡਣ ਵਾਲਾ ਨਹੀਂ। ਸੋ ਜੇ ਹੁਣ ਇਸ ਟਵੀਟ ਨੂੰ ਅਗਰ ਵੇਖਿਆ ਜਾਵੇ ਤਾਂ ਇਹ ਉਹ ਟਵੀਟ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਾਜਨੀਤਿਕ ਇੱਛਾ ਦੀ ਪੂਰਤੀ ਵਾਸਤੇ ਦਿੱਤਾ ਕਿ ਮੈਂ ਪਟਿਆਲੇ ਤੋਂ ਹੀ ਸੁਰੱਖਿਅਤ ਮੇਰਾ ਜਿਹੜਾ ਦਾਇਰਾ ਹੈ ਜਾਂ ਮੇਰਾ ਵਿਧਾਨ ਸਭਾ ਹਲਕਾ ਮੈਂ ਉੱਥੋਂ ਹੀ ਲੜਨਾ। ਤਾਂ ਇੱਕ ਗੱਲ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਨਵਜੋਤ ਸਿੱਧੂ ਨੇ ਕਦੇ ਵੀ ਇੰਨੀ ਗੱਲ ਨਹੀਂ ਕਹੀ ਕਿ ਮੈਂ ਜਿਹੜੀ ਚੋਣ ਆ ਪਟਿਆਲੇ ਤੋਂ ਲੜਨੀ। ਉਹਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਮੈਂ ਜਿਹੜੀ ਚੋਣ ਲੜਨੀ ਆ ਮੈਂ ਆਪਣੇ ਅੰਮ੍ਰਿਤਸਰ ਵਿਧਾਨ ਸਭਾ ਹਲਕੇ ਤੋਂ ਹੀ ਲੜਦੀ ਹਾਂ, ਮੈਂ ਆਪਣੇ ਖੇਤਰ ਤੋਂ ਹੀ ਲੜਦੀ ਹਾਂ। ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਉਹ ਬਿਆਨ ਜਿਹੜਾ ਉਹ ਬੀਤੇ ਦਿਨਾਂ 'ਚ ਜਿਹੜਾ ਇਹ ਦਾਅਵਾ ਕੀਤਾ ਸੀ ਕਿ ਮੈਂ ਨਵਜੋਤ ਸਿੱਧੂ ਨੂੰ ਹਰਾਉਣਾ ਤੇ ਉਹਦੇ ਮੁਕਾਬਲੇ ਇੱਕ ਮਜ਼ਬੂਤ ਕੈਂਡੀਡੇਟ ਜਿਹੜਾ ਪੇਸ਼ ਕਰਾਂਗਾ, ਤਾਂ ਬਕਾਇਦਾ ਤੌਰ ਤੇ ਨਵਜੋਤ ਕੌਰ ਸਿੱਧੂ ਹੋਣਾ ਨੇ ਕੈਪਟਨ ਸਾਹਿਬ ਨੂੰ ਇਹ ਚੈਲੰਜ ਕੀਤਾ ਕਿ ਤੁਸੀਂ ਆਓ ਤੇ ਅੰਮ੍ਰਿਤਸਰ ਤੋਂ ਤੁਸੀਂ ਆਣ ਕੇ ਜਿਹੜੀ ਚੋਣ ਆ ਨਵਜੋਤ ਸਿੱਧੂ ਦੇ ਖਿਲਾਫ ਲੜੋ, ਕਿਉਂਕਿ ਤੁਹਾਥੋਂ ਵੱਡਾ ਤਾਂ ਕੋਈ ਬੰਦਾ ਹੋ ਹੀ ਨਹੀਂ ਸਕਦਾ ਐਡਾ ਸ਼ਕਤੀਸ਼ਾਲੀ ਕਿ ਜਿਹੜਾ ਨਵਜੋਤ ਸਿੱਧੂ ਨੂੰ ਹਰਾ ਸਕੇ, ਟੱਕਰ ਜਿਹੜੀ ਬਰਾਬਰ ਦੀ। ਤਾਂ ਕਹਿਣ ਦਾ ਅਰਥ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਇਹ ਬਿਆਨ ਦੇ ਕੇ ਅੱਧੀ ਆਪਣੀ ਜਿਹੜੀ ਜੰਗ ਆ ਉਹ ਤਾਂ ਪਹਿਲਾਂ ਹੀ ਹਾਰ ਕੇ ਲੱਗਦੇ ਨੇ, ਕਿਉਂਕਿ ਜੇ ਵਾਕਿਆ ਹੀ ਉਹਨਾਂ ਨੇ ਸਿੱਧੂ ਦੇ ਨਾਲ ਆਪਾਂ ਕੋਈ ਫਾਈਟ ਜਿਹੜੀ ਕਰਨੀ ਸੀ ਤਾਂ ਮਜ਼ਾ ਤਾਂ ਹੀ ਕਿ ਫਿਰ ਉਹ ਉਸੇ ਮੁਕਾਬਲੇ ਤੇ ਉਹ ਜਾਂਦੇ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਚੋਣ ਲੜਦਾ। ਫਿਰ ਉਹਨਾਂ ਨੇ ਆਪਣੇ ਆਪ ਨੂੰ ਪਟਿਆਲਾ ਦਾਇਰੇ ਦੇ ਵਿੱਚ ਸੀਮਤ ਕਰਕੇ ਇੰਨੀ ਗੱਲ ਕਹਿਤੀ ਕਿ ਮੈਂ ਪਟਿਆਲੇ ਤੋਂ ਚੋਣ ਲੜਨੀ ਆ, ਪਟਿਆਲੇ 400 ਸਾਲਾਂ ਤੋਂ ਲੜਾਂਗਾ ਤੇ ਸਿੱਧੂ ਦੀ ਖਾਤਰ। ਦੇਖੋ ਕਿ ਉਹਨਾਂ ਦੇ ਟਾਰਗੇਟ ਦੇ ਉੱਤੇ ਹਮੇਸ਼ਾ ਨਵਜੋਤ ਸਿੰਘ ਸਿੱਧੂ ਰਿਹਾ। ਸਿੱਧੂ ਚਾਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਵੇ ਨਾ ਹੋਵੇ, ਕਾਂਗਰਸ ਦੇ ਵਿੱਚੋਂ ਬਾਹਰ ਹੋਵੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜਿਸ ਤਰ੍ਹਾਂ ਹੀ ਕਹਿੰਦੇ ਕਿ ਫੋਬੀਆ ਜਿਹੜਾ ਸਿੱਧੂ ਫੋਬੀਆ ਦਾ ਉਹ ਕੈਪਟਨ ਅਮਰਿੰਦਰ ਸਿੰਘ ਹੁਣੀ ਸ਼ਿਕਾਰ ਹੋ ਚੁੱਕੇ ਆ ਕਿ ਜੇਕਰ ਤੁਸੀਂ ਹੁਣ ਇਹ ਭਾਜਪਾ ਦਾ ਸਮਰਥਨ ਨਹੀਂ ਤੁਹਾਨੂੰ ਪ੍ਰਾਪਤ ਆ, ਅੱਜ ਦੀਆਂ ਅਖਬਾਰਾਂ 'ਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਖੁਸ਼ੀ ਹੈ ਭਾਜਪਾ ਵੱਲੋਂ ਜਿਹੜੇ ਕਾਨੂੰਨ ਰੱਦ ਕਰਨ ਦੇ ਸੰਬੰਧੀ ਅੱਜ ਵੀ ਇਸ਼ਤਿਹਾਰ ਲੱਗਾ, ਅਜੀਤ ਅਖਬਾਰ 'ਚ ਲੱਗਾ, ਜਗਬਾਣੀ ਅਖਬਾਰ 'ਚ ਲੱਗਾ, ਫੁੱਲ ਪੇਜ ਦਾ। ਹੋਰ ਕਿਸੇ ਰਾਜਨੀਤਿਕ ਪਾਰਟੀ ਦਾ ਜਾਂ ਈਵਨ ਕਿ ਪ੍ਰਧਾਨ ਮੰਤਰੀ ਜਿਹੜੀ ਵੱਲੋਂ ਜਿਹੜਾ ਉਹਨਾਂ ਦੀ ਪਾਰਟੀ ਹੈ ਪੰਜਾਬ ਇਕਾਈ ਉਹਦੇ ਵੱਲੋਂ ਵੀ ਕੋਈ ਇਸ਼ਤਿਹਾਰ ਅਜਿਹਾ ਨਹੀਂ ਦਿੱਤਾ ਗਿਆ, ਪਰ ਕੇਵਲ ਔਰ ਕੇਵਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਹਦੀ ਵੱਡੀ ਜਿਹੜੀ ਖੁਸ਼ੀ ਜਿਹੜੀ ਜ਼ਾਹਿਰ ਕੀਤੀ। ਤਾਂ ਜੇਕਰ ਇੰਨੀ ਵੱਡੀ ਖੁਸ਼ੀ ਜ਼ਾਹਿਰ ਕੀਤੀ ਔਰ ਇਹ ਵੀ ਸਮਝਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਆਉਂਦਿਆਂ ਕੁਝ ਦਿਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਣਾ ਨਾਲ ਰਲ ਕੇ ਇੱਕ ਪਹਿਲੀ ਰੈਲੀ ਜਿਹੜੀ ਆ ਉੱਥੇ ਕੀਤੀ ਜਾ ਸਕਦੀ ਹੈ, ਪਟਿਆਲਾ ਵਿਖੇ ਰੈਲੀ ਜਿਹੜੀ ਕਰਨਗੇ। ਤਾਂ ਫਿਰ ਜੇਕਰ ਇੱਥੋਂ ਤੱਕ ਉਹ ਸੋਚ ਚੁੱਕਿਆ ਕਿ ਪ੍ਰਧਾਨ ਮੰਤਰੀ ਦਾ ਹੱਥ ਵੀ ਆ, ਭਾਜਪਾ ਦਾ ਵੀ ਹੱਥ ਉਹਨਾਂ ਦੇ ਸਿਰ ਤੇ ਆ, ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਫਿਰ ਅੰਮ੍ਰਿਤਸਰ ਤੋਂ ਉਹ ਚੋਣ ਲੜਦੇ। ਜੇ ਸਿੱਧੂ ਨੂੰ ਹੀ ਸਿੱਧੂ ਫੋਬੀਆ ਦਾ ਸ਼ਿਕਾਰ ਹੋ ਕੇ ਹਰ ਪੁਆਇੰਟ ਤੇ ਉਹਨਾਂ ਨੇ ਸਿੱਧੂ ਨੂੰ ਹੀ ਘੇਰਨਾ ਹੁੰਦਾ। ਸੋ ਇਹਦੇ ਵਿੱਚ ਇਹ ਜਿਹੜਾ ਟਵੀਟ ਜਿਹੜਾ ਅਸੀਂ ਆਪਣੇ ਦਰਸ਼ਕਾਂ ਨੂੰ ਸਕਰੀਨ ਤੇ ਦਿਖਾ ਰਹੇ ਹਾਂ, ਇਹਦੇ ਵਿੱਚ ਤਾਂ ਸਾਫ਼ ਇਹੋ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਹੋਰ ਨਾ ਤਾਂ ਕਾਂਗਰਸ ਪਾਰਟੀ ਦੁਸ਼ਮਣ ਹੈ, ਨਾ ਸ਼੍ਰੋਮਣੀ ਅਕਾਲੀ ਦਲ ਹੈ, ਨਾ ਸੰਯੁਕਤ ਅਕਾਲੀ ਦਲ ਹੈ, ਨਾ ਆਮ ਆਦਮੀ ਪਾਰਟੀ, ਨਾ ਕਾਂਗਰਸ, ਕੇਵਲ ਔਰ ਕੇਵਲ ਉਹਨਾਂ ਨੂੰ ਸਿੱਧੂ ਹੀ ਵਿਖਾਈ ਦਿੰਦਾ। ਤਾਂ ਇਹ ਸ਼ਾਇਦ ਕਿਸੇ ਇੱਕ ਨੇਤਾ ਦੀ ਉਹ ਮਾਨਸਿਕ ਹਾਰ ਹੁੰਦੀ ਹੈ ਜਿਹੜੀ ਜੰਗ ਲੜਨ ਤੋਂ ਪਹਿਲਾਂ ਹੀ ਬੰਦਾ ਹਾਰ ਜਾਂਦਾ ਤਾਂ ਹਮੇਸ਼ਾ ਉਹ ਹਰ ਦੁਸ਼ਮਣ ਚੋਂ ਉਸ ਨੂੰ ਹੀ ਵੇਖਦਾ। 80 ਸਾਲ ਦੀ ਉਮਰ ਜਿਸ ਵਿਅਕਤੀ ਨੇ ਭੋਗੀ ਹੋਵੇ ਔਰ 80 ਸਾਲਾਂ ਦੇ ਵਿੱਚ ਜਿਸ ਵਿਅਕਤੀ ਦਾ ਰਾਜਨੀਤਿਕ ਕੈਰੀਅਰ 40 ਸਾਲ ਆਪਣਾ ਸ਼ਾਨਵਤਾ ਮਾਨਵਤਾ ਰਿਹਾ ਹੋਵੇ ਔਰ ਰਾਜਨੀਤਿਕ ਸਫ਼ਰ ਦੇ ਉਸ ਆਖਰੀ ਪੜਾਅ ਦੇ ਉੱਤੇ ਆਣ ਕੇ ਜੇਕਰ ਕੈਪਟਨ ਅਮਰਿੰਦਰ ਸਿੰਘ ਅਜਿਹੀਆਂ ਬਿਆਨਬਾਜ਼ੀ ਜਿਹੜੀਆਂ ਉਹ ਜਾਰੀ ਕਰਦੇ ਆ ਕਿ ਮੈਂ ਪਟਿਆਲੇ ਤੋਂ ਚੋਣ ਲੜਦੇ, ਪਟਿਆਲੇ ਤੋਂ ਚੋਣ ਜੇਕਰ ਲੜਨਗੇ ਤਾਂ ਪਟਿਆਲੇ ਤੋਂ ਵੀ ਉਹਨਾਂ ਦੇ ਖਿਲਾਫ ਜਿਹੜਾ ਮੋਰਚਾ ਕਾਂਗਰਸ ਪਾਰਟੀ ਬੜੇ ਜ਼ਬਰਦਸਤ ਤਰੀਕੇ ਨਾਲ ਖੋਲੇਗੀ, ਜਿੱਥੋਂ ਕਿਉਂਕਿ ਫਿਰ ਦੁਸ਼ਮਣ ਤਾਂ ਫਿਰ ਕੋਈ ਦੁਸ਼ਮਣ ਹੀ ਹੁੰਦਾ, ਕੋਈ ਵੀ ਸਕਾ ਜਾਂ ਸੰਬੰਧੀ ਨਹੀਂ ਹੁੰਦਾ। ਸੋ ਕਹਿਣ ਦਾ ਅਰਥ ਆ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਸਿੱਧੂ ਫੋਬੀ ਨੂੰ ਜਿਹੜਾ ਉਹਨਾਂ ਨੂੰ ਹੋ ਗਿਆ ਉਹ ਤਾਂ ਦਰਸਾਉਂਦਾ ਹੀ ਦਰਸਾਉਂਦਾ, ਪਰ ਉਹਦੇ ਨਾਲ ਹੀ ਨਾਲ ਉਹਨਾਂ ਦੀ ਇੱਕ ਸੀਮਾਦਾਰੀ ਤੱਕ ਕੇਵਲ ਔਰ ਕੇਵਲ ਪਟਿਆਲੇ ਤੱਕ ਉਹਨਾਂ ਨੂੰ ਸੀਮਤ ਰੱਖਣ ਦੀ ਜਿਹੜੀ ਸਥਿਤੀ ਆ ਉਸ ਨੂੰ ਵੀ ਉਜਾਗਰ ਕਰਦਾ। ਇਹਦੇ ਨਾਲ ਹੀ ਨਾਲ ਉਹਨਾਂ ਪਟਿਆਲਾ ਸ਼ਹਿਰ ਨੂੰ ਕਿਹਾ ਕਿ ਇਹ ਕਲੀਨ ਸਾਫ਼ ਸਿਟੀ ਆ, ਉਹਨਾਂ ਨੇ ਵਧਾਈ ਦਿੱਤੀ ਹੈ। ਚਲੋ ਵਧਾਈ ਦੇਣਾ ਉਹਨਾਂ ਦਾ ਬਣਦਾ ਕਿਉਂਕਿ ਉਸ ਰਿਆਸਤ ਦੇ ਉਹ ਸਾਬਕਾ ਮਹਾਰਾਜਾ ਨੇ, ਕਿਉਂਕਿ ਲੋਕਤੰਤਰ ਦੇ ਸਮੇਂ ਦੇ ਵਿੱਚ ਤਾਂ ਕੋਈ ਵੀ ਰਾਜਾ ਜਾਂ ਮਹਾਰਾਣੀ ਨਹੀਂ ਹੁੰਦੇ, ਪਰ ਇਹ ਵੀ ਕਾਂਗਰਸੀਆਂ ਵੱਲੋਂ ਇੱਕ ਉਹਨਾਂ ਨੂੰ ਲਕਬ ਦਿੱਤਾ ਗਿਆ ਸੀ ਕਿ ਜਦੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਕਿਹਾ ਜਾਂਦਾ ਸੀ, ਮਹਾਰਾਜਾ ਧਰਾਜ ਜੋ ਵੀ ਕਿਉਂ ਵੀ ਕਹਿਣ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਅੱਜ ਆਪਣੇ ਆਪ ਨੂੰ ਸੀਮਤ ਕਰਕੇ ਇੱਕ ਕਿਸਮ ਦੀ ਹਾਰ ਆਪਣੇ ਆਪ ਨੂੰ ਸਵੀਕਾਰ ਕਰਦੀ ਕਿ ਮੈਂ ਪਟਿਆਲੇ ਤੋਂ ਬਾਹਰ ਨਹੀਂ ਜਾ ਸਕਦਾ। ਮਜ਼ਾ ਤਾਂ ਇਹ ਹੈ ਕਿ ਜੇਕਰ ਵਾਕਈ ਤੁਸੀਂ ਜੰਗ ਸਿਪਾਹੀ ਜੀ
ਜੇ ਤੁਸੀਂ ਕਹਿੰਦੇ ਕਿ ਮੈਂ ਫੌਜੀ ਤਾਂ ਫਿਰ ਕਿਸੇ ਵੀ ਫਰੰਟ ਤੇ ਤੁਹਾਨੂੰ ਲੜਨਾ ਚਾਹੀਦਾ, ਜੇ ਸਿੱਧੂ ਨੂੰ ਹੀ ਹਰਾਉਣਾ ਤਾਂ ਜ਼ਰੂਰ ਇਹ ਕਰਨਾ ਚਾਹੀਦਾ। ਸੋ ਇਹ ਇੱਕ ਜਿਹੜੀ ਮਹੱਤਵਪੂਰਨ ਖਬਰ ਸੀ ਜਿਸ ਦੇ ਸੰਬੰਧੀ ਇਹ ਚਰਚਾ ਕਰਨੀ ਜਿਹੜੀ ਜ਼ਰੂਰੀ ਬਣਦੀ ਸੀ। ਤੀਸਰੀ ਖਬਰ ਜਿਹੜੀ ਹੈ ਉਹ ਮੈਂ ਗੱਲ ਕਰਾਂਗਾ ਚੰਨੀ ਹੁਣਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਚੰਨੀ ਹੁਣਾਂ ਵੱਲੋਂ ਇਹ ਕੱਲ ਉਹਨਾਂ ਵੱਲੋਂ ਜਿਹੜੇ ਦੋ ਫੈਸਲੇ ਜਿਹੜੇ ਬੜੇ ਮਹੱਤਵਪੂਰਨ ਕੀਤੇ ਗਏ। ਇੱਕ ਤਾਂ ਪੰਜਾਬੀ ਦੇ ਜਿਹੜੇ ਸਰਵੋਤਮ ਸ਼ਾਇਰ ਨੇ ਆਪਣੇ ਸੁਰਜੀਤ ਪਾਤਰ ਹੋਣੀ, ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਦਰਜਾ ਦਿੱਤਾ ਗਿਆ ਔਰ ਨਾਲ ਹੀ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਜਿਹੜਾ ਅਹੁਦਾ ਆ ਉਹ ਵੀ ਦੇ ਕੇ ਨਵਾਜਿਆ ਗਿਆ। ਨਿਰਸੰਦੇਹ ਕੋਈ ਸ਼ੱਕ ਨਹੀਂ ਕਿ ਸੁਰਜੀਤ ਪਾਤਰ ਦਾ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਇੱਕ ਮਾਣਯੋਗ ਨਾਮ, ਇੱਕ ਉਹ ਵਸਤਾਖਰ ਹੈ। ਜਿਸ ਤਰ੍ਹਾਂ ਹੀ ਇੱਕ ਯੁੱਗ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸਾਹਿਤ ਜਾਂ ਪੰਜਾਬੀ ਕਵਿਤਾ ਦੇ ਯੁੱਗ ਦੇ ਵਿੱਚ ਇੱਕ ਅਜਿਹਾ ਯੁੱਗ ਹੈ ਜਿਸ ਨੂੰ ਸੁਰਜੀਤ ਪਾਤਰ ਦਾ ਯੁੱਗ ਕਿਹਾ ਜਾ ਸਕਦਾ। ਤੇ ਇਹ ਸ਼ਾਇਦ ਸਾਡੇ ਵਾਸਤੇ ਬੜੀ ਮਾਣ ਸਨਮਾਨ ਦੀ ਗੱਲ ਆ ਕਿ ਅਸੀਂ ਉਸ ਯੁੱਗ 'ਚ ਜੀ ਰਹੇ ਹਾਂ ਜਿਸ ਯੁੱਗ ਦੇ ਵਿੱਚ ਸੁਰਜੀਤ ਪਾਤਰ ਇੱਕ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਨੇ। ਕਿਉਂਕਿ ਇੱਕ ਪੰਜਾਬੀ 'ਚ ਦੋ ਜਾਂ ਤਿੰਨ ਯੁੱਗ ਅਸੀਂ ਮੰਨਦੇ, ਇੱਕ ਯੁੱਗ ਹੈਗਾ ਅਮਰਤਾ ਮੋਹਨ ਸਿੰਘ ਦਾ, ਮੋਹਨ ਸਿੰਘ ਅਮਰਤਾ ਪ੍ਰੀਤਮ ਦਾ ਯੁੱਗ ਹੈ। ਤਾਂ ਦੂਜਾ ਯੁੱਗ ਜਿਹੜਾ ਇੱਕ ਉਸ ਤੋਂ ਬਾਅਦ ਉਸੇ ਦੌਰ 'ਚ ਸ਼ਿਵ ਕੁਮਾਰ ਆਉਂਦਾ, ਤਾਂ ਇਹ ਦੂਜਾ ਦੌਰ ਆ ਸੁਰਜੀਤ ਪਾਤਰ ਦਾ। ਤਾਂ ਇਸ ਯੁੱਗ ਦੇ ਵਿੱਚ ਬਹੁਤ ਚਿਰ ਬਾਅਦ ਜੇਕਰ ਕਿਸੇ ਸਰਕਾਰ ਨੇ ਇਹ ਫੈਸਲਾ ਕੀਤਾ ਸੁਰਜੀਤ ਪਾਤਰ ਨੂੰ ਕੈਬਨਿਟ ਮੰਤਰੀ ਦਾ ਰੈਂਕ ਦੇ ਕੇ ਉਹਨਾਂ ਨੂੰ ਨਵਾਜਿਆ ਗਿਆ, ਉਹਨਾਂ ਦੀਆਂ ਸਾਹਿਤਕ ਸੇਵਾਵਾਂ ਦਾ ਮੁੱਲ ਜਿਹੜਾ ਕਦਰ ਪਾਈ ਗਈ ਹੈ, ਤਾਂ ਇਹ ਕੁਦਰਤੀ ਤੌਰ ਤੇ ਇਹ ਬਹੁਤ ਸ਼ਲਾਘਾਯੋਗ ਹੈ ਤੇ ਇਸ ਦੀ ਸ਼ਲਾਘਾ ਅਸੀਂ ਕਰ ਪਾਉਂਦੇ। ਪਰ ਜਿਹੜਾ ਦੂਜਾ ਮੁੱਦਾ ਸੁਖਵਿੰਦਰ ਨੂੰ ਰਾਜ ਗਾਇਕ ਬਣਾਉਣਾ, ਉਹਦੇ ਸੰਬੰਧੀ ਜਿਹੜੀ ਗੱਲ ਆ ਉਹ ਜ਼ਰੂਰ ਬੰਦੀ। ਦੂਜਾ ਉਹਨਾਂ ਨੇ ਸੁਖਵਿੰਦਰ ਨੂੰ ਰਾਜ ਗਾਇਕ ਬਣਾਇਆ ਗਿਆ। ਤੇ ਜਦੋਂ ਮੈਂ ਆਪਣੇ ਦਰਸ਼ਕਾਂ ਨੂੰ ਸਾਡੇ ਦਰਸ਼ਕਾਂ ਨੂੰ ਯਾਦ ਹੋਵੇਗਾ ਕਿ ਇੱਕ ਵਾਰੀ ਰਾਜ ਗਾਇਕ ਪੰਜਾਬ ਦੇ ਬਾਦਲ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ, ਜਦੋਂ 2007 ਦੀ ਗੱਲ ਆਈ ਹੈ ਮੇਰਾ ਖਿਆਲ, ਹਾਂ ਉਦੋਂ, ਕਿ ਜਿਹੜੇ ਇਸ ਵੇਲੇ ਭਾਜਪਾ ਦੇ MP ਨੇ ਹੰਸਰਾਜ ਹੰਸ, ਉਹਨਾਂ ਨੂੰ ਰਾਜ ਗਾਇਕ ਬਣਾਇਆ ਗਿਆ। ਤਾਂ ਉਹ ਰਾਜ ਗਾਇਕ ਤਾਂ ਉਹਨੂੰ ਬਣਾ ਲਿਆ ਸ਼੍ਰੋਮਣੀ ਅਕਾਲੀ ਦਲ ਨੇ, ਤਾਂ ਬਾਅਦ 'ਚ ਉਹ ਵਿਚਾਰਾ ਗਾਇਕ ਵੀ ਨਹੀਂ ਰਿਹਾ। ਮਤਲਬ ਇਸ ਤਰੀਕੇ ਨਾਲ ਉਹਨੂੰ ਵਰਤਿਆ ਰਾਜ ਗਾਇਕ ਬਣਾ ਕੇ। ਤਾਂ ਉਹ ਆਪ ਕਈ ਵਾਰ ਕਿਹਾ ਕਿ ਮੈਂ ਤਾਂ ਰਾਜ ਗਾਇਕ ਬਣਿਆ ਤਾਂ ਜ਼ਰੂਰ ਪਰ ਗਾਇਕ ਨਹੀਂ ਰਿਹਾ। ਹੁਣ ਇਹ ਸੁਖਵਿੰਦਰ ਨੂੰ ਪੰਜਾਬ ਸਰਕਾਰ ਵੱਲੋਂ ਕਿਹੜੇ ਆਧਾਰ ਤੇ ਰਾਜ ਗਾਇਕ ਦਾ ਅਹੁਦਾ ਬਖਸ਼ਿਆ ਗਿਆ, ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਇਹ ਆ। ਕਿਉਂਕਿ ਜੇਕਰ ਗਾਇਕੀ ਦੇ ਖੇਤਰ 'ਚ ਹੀ ਗੱਲ ਕਰੀਏ ਤਾਂ ਗਾਇਕੀ ਦੇ ਖੇਤਰ 'ਚ ਬੜੇ ਇਹੋ ਜਿਹੇ ਗਾਇਕ ਨੇ ਜਿਹੜੇ ਕਿਸੇ ਮੁਕਾਮ ਤੇ ਜਿਹੜੇ ਨਾਮ ਹਨ, ਜਿਨ੍ਹਾਂ ਨੂੰ ਵਾਕਿਆ ਹੀ ਕੋਈ ਮਾਨ ਸਨਮਾਨ ਜਿਹੜਾ ਦਿੱਤਾ ਜਾ ਸਕਦਾ। ਪਰ ਰਾਜ ਗਾਇਕ ਦਾ ਉਹਦਾ ਬਖਸ਼ਣਾ ਇਸ ਤਰ੍ਹਾਂ ਲੱਗਦਾ ਕਿ ਚੰਨੀ ਸਰਕਾਰ ਵੀ ਜਿਹੜੀ ਫੀਲਿੰਗ ਹੈ ਉਹ ਮਤਲਬ ਉਹੀ ਲੈ ਰਹੀ ਹੈ ਜਿਹੜੀ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਹੋਣ ਲਈ ਕਿ ਰਾਜ ਗਾਇਕ ਇਹੋ ਜਿਹੇ ਹੋਣ ਜਿਹੜੇ ਉਹਨਾਂ ਦੀ ਹੀ ਸ਼ਰਧਾ, ਮਤਲਬ ਸ਼ਰਧਾ ਨਹੀਂ ਕਹਿ ਸਕਦਾ, ਕਿ ਉਹਨਾਂ ਦੇ ਹੀ ਕਸੀਦੇ ਪੜ੍ਹਦੇ ਰਹਿਣ, ਉਹਨਾਂ ਦੇ ਹੀ ਸੋਹਲੇ ਗਾਉਂਦੇ ਰਹਿਣ। ਤੇ ਸ਼ਾਇਦ ਸੁਖਵਿੰਦਰ ਦਾ ਜਿਹੜਾ ਰਾਜ ਗਾਇਕ ਬਤੌਰ ਬਣਾਉਣਾ ਇਹ ਸ਼ਾਇਦ ਉਸੇ ਸੰਦਰਭ ਹੈ ਕਿ ਚੰਨੀ ਸਰਕਾਰ ਵੀ ਚਾਹੁੰਦੀ ਹੈ ਕਿ ਹੁਣ ਕੋਈ ਕਸੀਦੇ ਬੋਲਣ ਵਾਲਾ, ਕਸੀਦੇ ਪੜ੍ਹਨ ਵਾਲਾ ਜਿਹੜਾ ਬੰਦਾ ਉਹਨਾਂ ਦੀ ਜਿਹੜੀ ਉਸਤਤ ਕਰੇ, ਮਤਲਬ ਉਸਤਤ ਕਰਕੇ ਹੀ ਰਾਜ ਗਾਇਕ ਦਾ ਜਿਹੜੇ ਅਹੁਦੇ ਬਖਸ਼ੇ ਜਾਂਦੇ ਆ। ਤਾਂ ਮੈਂ ਇਹੋ ਵੇਖਣ ਡਿਆ ਕਿ ਜੇਕਰ ਪਤਾ ਨਹੀਂ ਸੁਖਵਿੰਦਰ ਦੀ ਗਾਇਕੀ ਦੇ ਕਿਸ ਆਧਾਰ ਨੂੰ ਲੈ ਕੇ ਚੰਨੀ ਸਰਕਾਰ ਨੇ ਉਹਨਾਂ ਨੂੰ ਜਿਹੜਾ ਰਾਜ ਗਾਇਕ ਬਣਾਇਆ। ਕਿਉਂਕਿ ਜੇਕਰ ਗਾਇਕੀ ਦੇ ਪੱਧਰ ਦੀ ਗੱਲ ਕਰੀਏ ਤਾਂ ਗਾਇਕੀ ਦਾ ਪੱਧਰ ਪੰਜਾਬ ਦੇ ਵਿੱਚ ਜੇਕਰ ਅੱਜ ਦੀ ਤਰੀਕ 'ਚ ਤਾਂ ਕੋਈ ਇੱਦਾਂ ਦਿਖਾਈ ਦਿੰਦਾ ਨਹੀਂ ਕਿ ਇਸ ਗਾਇਕੀ ਦੇ ਪੱਧਰ ਤੋਂ ਰਾਜ ਗਾਇਕ ਅਹੁਦਾ ਦਿੱਤਾ ਜਾਵੇ ਜਾਂ ਮਾਨ ਸਨਮਾਨ ਦਿੱਤਾ ਜਾਵੇ। ਇੱਥੇ ਜੇਕਰ ਇੱਕ ਪਾਸੇ ਸਿੱਧੂ ਮੂਸੇਵਾਲਾ ਆ, ਦੂਜੇ ਪਾਸੇ ਨੀਟੂ ਸ਼ਟਰਾਂਵਾਲਾ ਵੀ ਆਪਣੇ ਆਪ ਨੂੰ ਪੰਜਾਬ ਦਾ ਕਹਿੰਦਾ ਮੈਂ ਚੋਟੀ ਦਾ ਗਾਇਕ ਹੈਗਾ, ਤਾਂ ਉਹੋ ਜਿਹੇ ਸੰਦਰਭ ਦੇ ਵਿੱਚ ਫਿਰ ਜੇਕਰ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਰਾਜ ਗਾਇਕ ਦਾ ਅਹੁਦਾ ਦੇਣਾ ਹੀ ਤੇ ਘੱਟੋ ਘੱਟ ਕੋਈ ਇੱਕ ਪੈਰਾਮੀਟਰ ਜਿਹੜੇ ਉਹ ਨਿਰਧਾਰਿਤ ਜਿਹੜੇ ਉਹ ਕਰ ਲੈਣੇ ਚਾਹੀਦੇ ਨੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਰਾਜ ਗਾਇਕ ਜਿਹੜੇ ਬਣਦੇ ਨੇ ਇਹ ਕਿਸ ਆਧਾਰ ਤੇ ਬਣੇ ਨੇ। ਤਾਂ ਮੈਨੂੰ ਉਹ ਹੰਸਰਾਜ ਵਾਲਾ ਉਹ ਡਰ ਜਿਹੜਾ ਉਹ ਯਾਦ ਆ ਰਿਹਾ ਕਿ ਹੰਸਰਾਜ ਫਿਰ ਗਾਇਕ ਹੀ ਨਹੀਂ ਰਿਹਾ। ਬੜਾ ਉਹਨੇ ਕਹਿਣਾ ਕਿ ਮੈਂ ਰਾਜ ਗਾਇਕ, ਪੰਜਾਬੀ ਦੀ ਇੱਕ ਜਲੰਧਰ ਤੋਂ ਸ਼ਬਦੀ ਅਖਬਾਰ ਦੇ ਉਹਨਾਂ ਦਿਨਾਂ 'ਚ ਹੰਸਰਾਜ ਨੂੰ ਇੰਨਾ ਪ੍ਰਫੁੱਲਤ ਕੀਤਾ ਕੋਈ ਨੁਸਰਤ ਫਤਿਹ ਅਲੀ ਖਾਨ ਤੋਂ ਵੀ ਆਪਣੇ ਆਪ ਨੂੰ ਉੱਤੇ ਸਮਝਦਾ ਸੀ। ਪਰ ਅੱਜ ਦੇ ਸੰਦਰਭ 'ਚ ਜਿਹੜੀਆਂ ਗੱਲਾਂ ਨੇ, ਅੱਜ ਰਾਜ ਗਾਇਕ ਹੁਣ ਸੁਖਵਿੰਦਰ ਹੁਣੀ ਆ ਗਏ ਨੇ। ਚਲੋ ਜੇਕਰ ਚੰਨੀ ਸਰਕਾਰ ਹੋਣਾ ਨੇ ਉਹਨਾਂ ਨੂੰ ਬਣਾਇਆ ਤਾਂ ਕੁਛ ਸੋਚ ਕੇ ਬਣਾਇਆ ਹੋਊਗਾ, ਪਰ ਮੈਂ ਵੈਸੇ ਸੁਖਵਿੰਦਰ ਨੂੰ ਇੱਕ ਸਲਾਹ ਦੇਵਾਂਗਾ ਕਿ ਜਦੋਂ ਬੰਦਾ ਰਾਜ ਗਾਇਕ ਬਣਦਾ ਤਾਂ ਫਿਰ ਵਾਕਿਆ ਫਿਰ ਉਹ ਰਾਜ ਹੀ ਰਹਿ ਜਾਂਦਾ, ਗਾਇਕ ਨਹੀਂ ਹੋ ਰਹਿ ਜਾਂਦਾ। ਗਾਇਕੀ ਫਿਰ ਬੜੀ ਪਿੱਛੇ ਜਿਹੜੀ ਛੁੱਟ ਜਾਂਦੀ ਹੈ। ਆਸ ਕਰਾਂਗੇ ਕਿਉਂਕਿ ਬਹੁਤ ਪਿਆਰਾ ਉਹ ਸਿੰਗਰ ਆ, ਬਹੁਤ ਵਧੀਆ ਸਿੰਗਰ ਆ। ਜੇਕਰ ਮਤਲਬ ਦੇਣਾ ਹੀ ਹੈ ਕਿ ਗੁਰਦਾਸ ਮਾਨ ਵਰਗਾ ਬੰਦਾ ਪੰਜਾਬੀ ਦਾ ਜਿਹੜਾ ਜਿਹਨੇ ਇੱਕ ਪੂਰਾ ਦੌਰ, ਜਿਹੜੀ ਇੱਕ ਪੂਰੀ ਉਮਰ
ਪੰਜਾਬੀ ਗਾਇਕੀ ਨੂੰ ਸਮਰਪਿਤ ਕੀਤੀ ਹੈ। ਤਾਂ ਜੇਕਰ ਉਹੋ ਜਿਹੇ ਵਿਅਕਤੀ ਨੂੰ ਵੀ ਇਹੋ ਜਿਹੀ ਗੱਲ ਜਿਹੜਾ ਮਾਨ ਸਨਮਾਨ ਨਹੀਂ ਦਿੱਤਾ, ਬੜੇ ਬੰਦੇ ਨਾਮ ਨੇ ਜਿਹੜੇ ਸੁਰਾਂ ਦਾ ਸਰਤਾਜ ਸਰਦੂਲ ਸਿਕੰਦਰ ਹੋਣੀ ਗਏ ਨੇ, ਜਾਂ ਇਹੋ ਜਿਹੇ ਬੰਦਿਆਂ ਨੂੰ ਵੀ ਮਰਦਾ ਮਾਨ ਸਤਿਕਾਰ ਦਿੱਤਾ ਜਾ ਸਕਦਾ ਸੀ। ਪਰ ਇਹ ਜੋ ਕੁਝ ਹੋ ਰਿਹਾ ਸ਼ਾਇਦ ਪਤਾ ਨਹੀਂ ਕੀ ਹੈ ਰਾਜ ਗਾਇਕੀ ਦਾ ਉਹਦਾ, ਕਿਸ ਤਰੀਕੇ ਨਾਲ ਚੰਨੀ ਸਰਕਾਰ ਹੋਣਾ ਨੇ ਬਖਸ਼ਿਆ ਤੇ ਕਿ ਚੰਨੀ ਸਰਕਾਰ ਨੇ ਦਿੱਤਾ। ਹੁਣ ਸੋਲੇ ਜਿਹੜੇ ਜ਼ਰੂਰ ਗਾਏ ਜਾਣਗੇ। ਬਸ ਅਸੀਂ ਪਰਮਾਤਮਾ ਅੱਗੇ ਇਹੋ ਦੁਆ ਕਰਾਂਗੇ ਕਿ ਸੁਖਵਿੰਦਰ ਦੀ ਜਿਹੜੀ ਗਾਇਕੀ ਆ ਉਹ ਬਚੀ ਰਵੇ। ਰਾਜ ਗਾਇਕ ਆਉਣਗੇ ਜਾਣਗੇ 5 ਸਾਲਾਂ ਵਾਸਤੇ, ਪਤਾ ਨਹੀਂ ਕਿੰਨਾ ਚਿਰ ਵਾਸਤੇ, ਕੀ ਬੈਨੀਫਿਟ ਨਾਲ ਕੈਬਨਿਟ ਮੰਤਰੀ ਦਾ ਉਹਦਾ ਵੀ ਜਿਹੜਾ ਉਹਨੂੰ ਦਿੱਤਾ ਗਿਆ। ਚਲੋ ਇਹ ਅੱਜ ਦੀਆਂ ਜਿਹੜੀਆਂ ਕੁਝ ਮਹੱਤਵਪੂਰਨ ਖਬਰਾਂ ਸਨ ਜਿਨ੍ਹਾਂ ਨਾਲ ਅਸੀਂ ਜਿਹੜੀ ਸਾਂਝ ਪਾਈ ਹੈ। ਸਵੇਰੇ ਫਿਰ ਅਸੀਂ ਸਵੇਰ ਦੇ ਟਾਈਮ ਆਪਣੇ ਦਰਸ਼ਕਾਂ ਦੇ ਨਾਲ ਰੂਬਰੂ ਹੋਵਾਂਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਲਖਵਿੰਦਰ ਸਿੰਘ ਮਾਨ ਹੋਣੀ ਹੋਣਗੇ। ਬਹੁਤ ਬਹੁਤ ਧੰਨਵਾਦ।